ਮੈਨੂੰ ਨਹੀਂ ਲੱਗਦਾ ਚੰਨੀ ਸਾਹਿਬ ਨੇ ਗਰੀਬੀ ਹੰਡਾਈ ਆ। ਜੇ ਗਰੀਬ ਆ, ਜੇ ਇਹਨਾਂ ਨੂੰ ਗਰੀਬੀ ਦਾ ਦੁੱਖ ਪਤਾ ਹੁੰਦਾ ਤੇ ਅੱਜ ਇੱਥੇ ਕੋਈ ਵੀ ਬੱਚਾ ਰੁਲਦਾ ਨਾ ਸੜਕਾਂ ਤੇ। ਇੱਕ ਪਿਓ ਜਿਹੜਾ ਹੁੰਦਾ ਨਾ, ਉਹਦੀ ਧੀ ਦੇ ਅੱਖ 'ਚ ਕਦੇ ਹੰਝੂ ਨਹੀਂ ਵੇਖ ਸਕਦਾ। ਜੇ ਇਹ ਸਾਡੇ ਮਾਂ ਪਿਓ ਹੁੰਦੇ ਨਾ ਤੇ ਅੱਜ ਸਾਡੀ ਅੱਖਾਂ 'ਚ ਹੰਝੂ ਨਹੀਂ ਹੋਣੇ ਸੀ। ਪਰ ਅੱਜ ਜੋ ਸਰਕਾਰਾਂ ਕਹਿੰਦੀਆਂ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਸ਼ਰਮ ਆਉਣੀ ਚਾਹੀਦੀ ਹੈ। ਚੰਨੀ ਸਰਕਾਰ ਨੂੰ ਕਿਹਾ ਬੇਟੀਆਂ ਸੜਕਾਂ ਤੇ ਰੁਲ ਰਹੀਆਂ, ਇਦਾਂ ਬੇਟੀਆਂ ਬਚਦੀਆਂ ਹੁੰਦੀਆਂ। एक पार्टी ने कहता कि 1-1 रुपया महीना पाया करांगे ਤੁਹਾਡੇ ਖਾਤੇ ਕਦੇ ਵੀ ਨਹੀਂ। ਇਹ ਮਤਲਬ ਕਿ ਕਿਹਾ ਜਾਂਦਾ ਹੈ ਕਿ ਉਧਰੋਂ ਤਾਂ ਕਹਿੰਦੇ ਆ ਕਿ ਬੇਟੀ ਬਰਾਬਰ ਆ, ਮੁੰਡਿਆਂ ਦੇ ਬਰਾਬਰ ਆ ਕੁੜੀ। ਇਹ ਸਾਨੂੰ ਕਮਜ਼ੋਰ ਸਮਝਦੇ, ਤਾਈਓ ਕਹਿੰਦੇ ਆ ਕਿ ਅਸੀਂ ਐਂ ਕਰਾਂਗੇ, ਇਹਨਾਂ ਦੇ ਖਾਤਿਆਂ 'ਚ ਪਵਾਵਾਂਗੇ। ਨਹੀਂ, ਆ ਜਿਹੜਾ ਕਿਰਾਇਆ ਫ੍ਰੀ ਕੀਤਾ ਕਿੰਨਾ ਕੁ ਵਧੀਆ ਕੰਮ ਕਰਤਾ ਵਾ। ਇੰਨੀ ਕੁ ਬੇਅਦਬੀ ਹੁੰਦੀ ਆ ਕੁੜੀਆਂ ਦੀ। ਬੱਸ ਕਿੱਥੇ ਖਿਲਾਰਦੇ ਆ, ਅੱਗੇ ਜਾ ਕੇ ਬੀਬੀਆਂ ਪਿੱਛੇ ਖੜੀਆਂ ਹੋਣਗੇ, ਬੱਸ ਅੱਗੇ ਜਾ ਕੇ ਖਿਲਾਰਨਗੇ ਕਿ ਹਾਂ ਕੋਈ ਬੀਬੀ ਚੜੇ ਨਾ। ਜੇ ਉਰੇ ਖੜੀਆਂ ਤੇ ਪਿੱਛੇ ਖਿਲਾਰ ਦਿੰਦਾ। ਕਿੰਨੀ ਕੁ ਇਹਦੇ 'ਚ ਇੱਜ਼ਤ ਖਾਤੇ 'ਚ 1000 ਰੁਪਇਆ ਆ ਜਾਵੇ ਫਿਰ ਬੀਬੀਆਂ ਵੋਟ ਪਾ ਦੇਣ? ਨਹੀਂ ਪਾਣਗੀਆਂ, ਕਦੇ ਵੀ ਨਹੀਂ। ਕਿ ਅਸੀਂ ਕੀ ਬੇਰੁਜ਼ਗਾਰੀ ਸਾਡੀ ਖਤਮ ਕਰੋ, ਸਾਨੂੰ ਰੁਜ਼ਗਾਰ ਦਿਓ। ਅਸੀਂ ਨਹੀਂ ਹੈਗੀ, ਸਾਨੂੰ ਰੁਜ਼ਗਾਰ ਦੀ ਜ਼ਰੂਰਤ ਹੈ। ਅਸੀਂ ਤਾਂ ਮਿਹਨਤ ਨਾਲ ਕਮਾ ਲਾਂਗੇ, ਸਾਨੂੰ ਇੱਕ ਵਾਰੀ ਮਿਹਨਤ ਨਾਲ ਕਮਾ ਲਾਂਗੇ। ਸਾਨੂੰ ਆ ਦਾਲ ਆਟੇ ਫ੍ਰੀ ਵੀ ਨਹੀਂ ਚਾਹੀਦੇ, ਭੀਖ ਨਹੀਂ ਚਾਹੀਦੀ, ਬਿਜਲੀ ਫ੍ਰੀ ਨਹੀਂ ਚਾਹੀਦੀ। ਸਾਨੂੰ ਰੁਜ਼ਗਾਰ ਚਾਹੀਦਾ ਆ ਕਿ ਅਸੀਂ ਕੋਈ ਮੰਗਤੇ ਨਹੀਂ ਹੈਗੇ। ਨਾਲੇ ਕਹਿੰਦੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਜੇ ਖਜ਼ਾਨਾ ਖਾਲੀ ਹੈ ਸਾਨੂੰ ਕਿੱਥੋਂ ਫ੍ਰੀ ਦਿਓਗੇ ਤੁਸੀਂ? ਜੇ ਖਾਲੀ ਆ ਤੇ ਜੇ ਸਾਡੇ ਫਿਰ ਜੇ ਫ੍ਰੀ ਦਿਓਗੇ ਤਾਂ ਫਿਰ ਸਾਡੇ ਪੱਲੋਂ ਹੀ ਕੱਢੋਗੇ। ਚੰਨੀ ਸਾਹਿਬ ਜਿਹੜਾ ਕਿ ਸੜਕਾਂ ਤੋਂ ਲੰਘਦੇ ਆ, ਰਾਹ ਜਾਂਦੇ ਨੂੰ ਸ਼ਗਨ ਪਾਉਂਦੇ ਆ, ਖੰਭਿਆਂ ਤੇ ਚੜ੍ਹਦੇ ਆ, ਇਹਦੇ ਤੋਂ ਕੀ ਸ਼ੋਅ ਹੋ ਰਿਹਾ? ਜਿਹੜਾ ਵੀ ਉੱਠਦਾ 10 ਪੜ੍ਹਿਆ, ਕੋਈ ਸਿੱਖਿਆ ਮੰਤਰੀ ਬਣਾਤਾ, ਕੋਈ ਮੁੱਖ ਮੰਤਰੀ ਬਣਾ। ਅਸੀਂ ਪੜ੍ਹੇ ਲਿਖੇ ਸੜਕਾਂ ਤੇ ਰੁਲ ਰਹੇ ਹਾਂ। ਕੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ? ਸਾਡੀ ਸਾਰੀ ਲਾਈਫ ਖਰਾਬ ਹੋ ਗਈ। ਜਦੋਂ ਅਸੀਂ ਘਰ, ਮੈਂ 15 ਦਿਨ ਵੀ ਬਾਅਦ ਵਾਪਸ ਜਾਂਦੀ ਹਾਂ ਤੇ ਮੇਰੀ ਮਦਰ ਗਲ ਲੱਗ ਕੇ ਰੋਂਦੀ ਆ। ਚ ਇੱਕ ਉਮੀਦ ਤਾਂ ਬਣੀ ਹੋਊਗੀ ਜਦੋਂ ਚੰਨੀ ਸਾਹਿਬ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਤੋਂ ਉੱਠ ਕੇ ਮੁੱਖ ਮੰਤਰੀ ਬਣਿਆ। ਤੁਹਾਨੂੰ ਲੱਗਦਾ ਸੀ ਵੀ ਕਿਤੇ ਗਰੀਬਾਂ ਦੀਆਂ ਤੁਹਾਡੀ ਸੁਣ? ਥੋੜੀ ਜਿਹੀ 2% ਮੇਰੀ ਤਾਂ ਉਮੀਦ ਬਣੀ ਸੀ, ਉਸ ਤੋਂ ਜ਼ਿਆਦਾ ਨਹੀਂ। ਕਿਉਂਕਿ ਮੁਖੌਟੇ ਚੇਂਜ ਕਰਦੇ ਆ। ਉਹ ਤੇ ਉਹ ਗੱਲ ਹੋ ਗਈ ਨਾ, ਚਿੱਟੇ ਬਗਲੇ ਨੀਲੇ ਮੋਰ, ਇਹ ਵੀ ਚੋਰ ਉਹ ਵੀ ਚੋਰ। ਆਮ ਤੌਰ ਦੇ ਉੱਤੇ ਇੱਕ ਗੱਲ ਤੁਸੀਂ ਸੁਣ ਰਹੇ ਹੋ ਕਿ ਘਰ ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਨਵੇਂ ਜਦੋਂ ਦੇ ਮੁੱਖ ਮੰਤਰੀ ਬਣੇ ਨੇ, ਬਹੁਤ ਪ੍ਰਚਾਰ ਹੋ ਰਿਹਾ ਹੈ ਕਿ ਨਵੇਂ ਮੁੱਖ ਮੰਤਰੀ ਹਰ ਮਸਲੇ ਦਾ ਹੱਲ ਕਰ ਰਹੇ ਨੇ, ਪਰ ਇਹ ਸੱਚਾਈ ਨਹੀਂ ਹੈ। ਕਿਉਂਕਿ ETT ਟੈਟ ਪਾਸ ਜਿਹੜੇ ਅਧਿਆਪਕ ਨੇ, ਬੇਰੁਜ਼ਗਾਰ ਨੇ। ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਬਿਲਕੁਲ ਇੱਕ ਟੈਂਕੀ ਹੈ। ਕਰੀਬ 1 ਮਹੀਨੇ 1.5 ਮਹੀਨੇ ਤੋਂ ਵੱਧ ਸਮਾਂ ਹੋ ਗਿਆ, 2 ਅਧਿਆਪਕ ਉੱਥੇ ਬੈਠੇ ਨੇ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮਨਵਾਉਣ ਦੇ ਲਈ, ਰੁਜ਼ਗਾਰ ਲੈਣ ਦੇ ਲਈ। ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਇੰਨੀ ਠੰਡ ਦੇ ਵਿੱਚ ਇੱਥੇ ਬੈਠੇ ਆ। ਸਰਕਾਰ ਦੇ ਨਾਲ ਕਿਸੇ ਤਰੀਕੇ ਆਪਣੀ ਜਿਹੜੀ ਉਹਨਾਂ ਦੀ ਮੰਗ ਹੈ ਉਹ ਹੱਲ ਹੋਣ ਦੇ ਵਿਸ਼ਵਾਸ ਤੇ ਉਮੀਦ ਦੇ ਨਾਲ ਗੱਲਬਾਤ ਕਰਦੇ। ਸਾਡੇ ਨਾਲ ਕੁਝ ਭੈਣਾਂ ਨੇ, ਪੜ੍ਹੀਆਂ ਲਿਖੀਆਂ ਬਹੁਤ ਨੇ। ਇਹਨਾਂ ਦਾ ਇੱਕ ਸੁਪਨਾ ਸੀਗਾ ਕਿ ਅਸੀਂ ਵੀ ਅਧਿਆਪਕ ਬਣਾਂਗੇ। ਸਤਿ ਸ਼੍ਰੀ ਅਕਾਲ ਭੈਣ, ਕੀ ਨਾਮ ਤੁਹਾਡਾ? ਮੇਰਾ ਨਾਮ ਪੂਨਮ ਹੈ, ਬੇਰੁਜ਼ਗਾਰੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ। ਇੰਨਾ ਪੜ੍ਹ ਲਿਖ ਕੇ ਜਦੋਂ ਆਪਣੇ ਨਾਲ ਬੇਰੁਜ਼ਗਾਰ ਕਹਿਣਾ ਪੈ ਜਾਵੇ, ਹਾਂਜੀ, ਕਿਹੋ ਜਿਹਾ ਲੱਗਦਾ? ਬਹੁਤ ਮਾੜਾ ਲੱਗਦਾ ਹੈ ਸਰ। ਦੇਖੋ ਸਰ, ਅਸੀਂ ਬਹੁਤ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ 2364 ਔਰ 6635 ਔਰ +22 ਪੋਸਟਾਂ ਜਿਹੜਾ ਕਿ ਸਰਕਾਰ ਵੱਲੋਂ ਸਾਨੂੰ ਦਿੱਤੀਆਂ ਗਈਆਂ, ਠੀਕ ਹੈ। ਔਰ ਇੰਨੀਆਂ ਪੋਸਟਾਂ ਆਉਣ ਦੇ ਬਾਅਦ ਜਿਹੜਾ ਕਿ ਇਹ 2364 ਅੱਜ 1 ਸਾਲ ਤੋਂ ਉੱਪਰ ਟਾਈਮ ਹੋ ਗਿਆ ਜਿਹੜਾ ਕਿ ਇਹ ਕੋਰਟ ਵਿੱਚ ਰੁਲ ਰਹੀ ਹੈ। ਔਰ ਉਸ ਤੋਂ ਬਾਅਦ ਜਿਹੜਾ ਕਿ 6635 ਸਰਕਾਰ ਦੁਆਰਾ ਪੋਸਟਾਂ ਦਿੱਤੀਆਂ ਗਈਆਂ, ਉਹਦਾ ਪੇਪਰ ਵੀ ਹੋ ਚੁੱਕਿਆ, ਠੀਕ ਹੈ। ਰਿਜ਼ਲਟ ਵੀ ਅਨਾਊਂਸ ਕਰ ਦਿੱਤਾ ਗਿਆ। ਔਰ ਜਿਹੜਾ ਕਿ ਇਹ ਅੱਜ ਤੱਕ ਜਿਹੜਾ ਸਾਡੇ ਉਹਦਾ ਕੀ ਹੈ, ਮੈਰਿਟ ਲਿਸਟ ਜਿਹੜਾ ਕਿ ਇਹ ਜਾਰੀ ਨਹੀਂ ਕੀਤੀ ਗਈ, ਠੀਕ ਹੈ। ਚੰਨੀ ਸਾਹਿਬ ਜਿਹੜਾ ਕਿ ਇਹ ਸੜਕਾਂ ਤੋਂ ਲੰਘਦੇ ਆ, ਰਾਹ ਜਾਂਦੇ ਨੂੰ ਸ਼ਗਨ ਪਾਉਂਦੇ ਆ, ਖੰਭਿਆਂ ਤੇ ਚੜ੍ਹਦੇ ਆ। ਇਹਦੇ ਤੋਂ ਕੀ ਸ਼ੋਅ ਹੋ ਰਿਹਾ? ਇਹਦੇ ਤੋਂ ਸ਼ੋਅ ਇਹ ਹੋ ਰਿਹਾ ਕਿ ਚੰਨੀ ਸਾਹਿਬ ਤੁਹਾਡੇ ਕੋਲ ਜਿਹੜਾ ਕੀ ਹੈ, ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਜਿਹੜੀ ਕਿ ਘਾਟ ਹੈ, ਠੀਕ ਹੈ। ਤੁਸੀਂ ਇਦਾਂ ਸ਼ੋਅ ਕਰਨ ਨਾਲ ਨੌਜਵਾਨਾਂ ਨੂੰ ਕੀ ਰੁਜ਼ਗਾਰ ਨਹੀਂ ਦੇ ਰਹੇ? ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਅੱਜ ਤੁਹਾਡੇ ਤੁਸੀਂ ਕਹਿੰਦੇ ਹੋ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਇਹ ਬੇਟੀਆਂ ਦੇ ਹਾਲਾਤ ਵੇਖੋ। ਤੁਸੀਂ ਸੜਕਾਂ ਤੇ ਰੁਲਾ ਰਹੇ ਹੋ ਸਾਨੂੰ। ਤੇ ਇਹ ਸਭ ਕੁਝ ਡਰਾਮਾ ਕਰਨ ਦੇ ਨਾਲ ਨਾ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਕੀ ਹੈ ਜਿੱਤ ਨਹੀਂ ਜਾਓਗੇ। ਹਾਂਜੀ, ਸਾਰੇ ਚੋਣ ਸਟੰਟ ਲੱਗ ਰਿਹਾ ਤੁਹਾਨੂੰ, ਹੈ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਵੀ ਬੈਠੇ ਹੋ, ਅੱਜ ਇੰਨੀ ਠੰਡ ਹੈ, ਰਾਤ ਦੇ ਕਰੀਬ 12 12:30 ਹੋ ਗਏ। ਚੰਨੀ ਸਾਹਿਬ ਤਾਂ ਕਹਿੰਦੇ ਵੀ 2:30 ਵਜੇ ਤੱਕ ਲੋਕਾਂ ਦੀਆਂ ਗੱਲਾਂ ਸੁਣਦੇ ਹੁੰਦੇ ਆ, ਪਰ ਇੱਥੇ ਆਏ ਕੋਈ ਹੋਈ ਗੱਲਬਾਤ? ਨਹੀਂ, ਕੋਈ ਨਹੀਂ ਆਇਆ, ਕਿਸੇ ਨੇ ਸਾਰ ਨਹੀਂ ਲਈ। ਅਸੀਂ ਸਵੇਰ ਤੋਂ ਹੀ ਸਾਡੀ ਗੈਦਰਿੰਗ ਹੋ ਰਹੀ ਆ।
1 ਵਜੇ ਅਸੀਂ ਇੱਥੇ ਚੱਕਾ ਜਾਮ ਕਰ ਦਿੱਤਾ ਸੀ ਤੇ ਅਸੀਂ ਚੱਕਾ ਜਾਮ ਇਸੇ ਸ਼ਰਤ ਤੇ ਹਟਾਉਣਾ ਸੀ ਕਿ ਸਾਨੂੰ ਮੀਟਿੰਗ ਦਾ ਟਾਈਮ ਦਿੱਤਾ ਜਾਏ, ਬਟ ਉਹਨਾਂ ਤੇ ਕੋਈ ਵੀ ਅਸਰ ਨਹੀਂ ਹੋਇਆ ਕਿ ਮੇਰੇ ਹੀ ਸ਼ਹਿਰ ਦੇ ਵਿੱਚ ਇੰਨਾ ਚੱਕਾ ਜਾਮ ਕੀਤਾ। ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਸੀ, ਅਸੀਂ ਤਾਂ ਪਰੇਸ਼ਾਨ ਹੋ ਰਹੇ ਹਾਂ ਤੇ ਬਟ ਜਿਹੜੇ ਆਮ ਜਨਤਾ ਸੀ ਨਾ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਦਾ ਜਦੋਂ ਤੁਸੀਂ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਪੜ੍ਹਾਉਂਗੀ ਜਾਂ ਤੁਸੀਂ ਇੰਨਾ ਪੜ੍ਹਦੇ ਹੋ, ਸਰਕਾਰਾਂ ਕਿਹੋ ਜਿਹਾ ਸਿਸਟਮ ਹੈ ਪੰਜਾਬ ਦੇ ਵਿੱਚ? ਬਿਲਕੁਲ ਬੇਕਾਰ ਹੈ। ਪਹਿਲਾਂ ਸਾਡਾ ਅੰਗਰੇਜ਼ਾਂ ਨੇ ਸ਼ੋਸ਼ਣ ਕੀਤਾ ਸੀ, ਹੁਣ ਇਹ ਕਾਲੇ ਅੰਗਰੇਜ਼ ਆ। ਇੰਨਾ ਪੜ੍ਹ ਲਿਖ ਕੇ ਮੈਂ ਖੁਦ NTT ETT B.Ed MA ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ 2364 ਜਦੋਂ ਪੋਸਟਾਂ ਆਈਆਂ ਉਹਦੇ ਵਿੱਚ ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚੋਂ ਫਸਟ ਰੈਂਕ ਹੈ। ਔਰ ਜਦੋਂ ਮੈਂ 66-35 ਮੈਂ ਫਿਰ ਪੇਪਰ ਦਿੱਤਾ, ਇਹਦੇ ਵਿੱਚ ਵੀ ਮੈਂ ਜਿੱਦਾਂ ਮੇਰੇ 63% ਮਾਰਕਸ ਬਣਦੇ ਆ, ਬਟ ਜਦੋਂ ਕੋਈ ਰੁਜ਼ਗਾਰ ਕੁਝ ਨਹੀਂ ਦਿਖਦਾ। ਪਹਿਲਾਂ ਅਸੀਂ ਪਟਿਆਲਾ ਇੰਨਾ ਚਿਰ ਬੈਠੇ ਰਹੇ, ਜਦੋਂ ਮੇਰੇ 2 ਬੱਚੇ ਆ ਛੋਟੇ ਛੋਟੇ, ਇੱਕ ਮੇਰਾ 6 ਸਾਲ ਦਾ ਬੇਟਾ 6 ਸਾਲ ਦੀ ਗੁੜੀਆ ਆ ਔਰ 2 ਸਾਲ ਦਾ ਮੇਰਾ ਬੇਟਾ। ਮੈਨੂੰ ਸਾਲ ਹੋ ਗਿਆ ਬਾਹਰ ਸੜਕਾਂ ਤੇ ਫਿਰਦੇ ਨੂੰ, ਔਰ ਜੋ ਮੇਰੀ ਘਰ ਮਦਰ ਇਨ ਲਾ ਵੀ ਨਹੀਂ ਆ, ਮੇਰੇ ਹਸਬੈਂਡ ਖੁਦ ਸੰਭਾਲਦੇ ਆ। ਔਰ ਪੜ੍ਹੇ ਲਿਖੇ ਧਰਨਾ ਦੇ ਰਹੇ ਨੇ ਇੱਥੇ, ਆਮ ਤੌਰ ਤੇ ਹਾਸਾ ਹੁੰਦਾ ਵੀ ਅਨਪੜ੍ਹ ਮੰਤਰੀ ਬਣ ਕੇ। ਹਾਂਜੀ, ਮੈਂ ਤਾਂ ਕਹਿੰਦੀ ਕਿ ਇਹਨਾਂ ਲਈ ਵੀ ਇੱਕ ਟੈਸਟ ਰੱਖਿਆ ਜਾਏ। ਕੋਈ ਜਿਹੜਾ ਵੀ ਉੱਠਦਾ 10 ਪੜ੍ਹਿਆ, ਕੋਈ ਸਿੱਖਿਆ ਮੰਤਰੀ ਬਣਾਤਾ, ਕੋਈ ਮੁੱਖ ਮੰਤਰੀ ਬਣਾ। ਅਸੀਂ ਪੜ੍ਹੇ ਲਿਖੇ ਸੜਕਾਂ ਤੇ ਰੁਲ ਰਹੇ ਹਾਂ, ਕੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ? ਸਾਡੀ ਸਾਰੀ ਲਾਈਫ ਖਰਾਬ ਹੋ ਗਈ। ਜਦੋਂ ਅਸੀਂ ਘਰ ਮੈਂ 15 ਦਿਨ ਵੀ ਬਾਅਦ ਵਾਪਸ ਜਾਂਦੀ ਹਾਂ ਤੇ ਮੇਰੀ ਮਦਰ ਗਲ ਲੱਗ ਕੇ ਰੋਂਦੀ ਆ। ਔਰ ਇੰਨੀ ਹੈਰਾਨੀ ਕਿ ਸਾਡੇ ਪੇਰੈਂਟਸ ਨੇ ਮਜ਼ਦੂਰੀ ਕਰਕੇ ਸਾਨੂੰ ਪੜ੍ਹਾ ਦਿੱਤਾ, ਬਟ ਅਸੀਂ ਤਾਂ ਮਜ਼ਦੂਰੀ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਪੜ੍ਹੇ ਲਿਖੇ ਹਾਂ। ਸਾਡੇ ਵਿੱਚ ਇੱਕ ਇੱਦਾਂ ਦੀ ਸਾਡੀ ਪਰਸਨੈਲਿਟੀ ਬਣ ਗਈ ਹੈ ਕਿ ਅਸੀਂ ਮਜ਼ਦੂਰੀ ਵੀ ਨਹੀਂ ਕਰ ਸਕਦੇ ਕਿ ਇੰਨਾ ਸ਼ੁਰੂ 'ਚ ਇੱਕ ਉਮੀਦ ਤਾਂ ਬਣੀ ਹੋਊਗੀ ਜਦੋਂ ਚੰਨੀ ਸਾਹਿਬ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਤੋਂ ਉੱਠ ਕੇ ਮੁੱਖ ਮੰਤਰੀ ਬਣਿਆ। ਤੁਹਾਨੂੰ ਲੱਗਦਾ ਸੀ ਵੀ ਕਿਤੇ ਗਰੀਬਾਂ ਦੀਆਂ ਤੁਹਾਡੀ ਸੁਣਨਗੇ? ਥੋੜੀ ਜਿਹੀ 2% ਮੇਰੀ ਤਾਂ ਉਮੀਦ ਬਣੀ ਸੀ, ਉਸ ਤੋਂ ਜ਼ਿਆਦਾ ਨਹੀਂ, ਕਿਉਂਕਿ ਮੁਖੌਟੇ ਚੇਂਜ ਕਰਦੇ ਆ। ਉਹ ਤੇ ਉਹ ਗੱਲ ਹੋ ਗਈ ਨਾ, ਚਿੱਟੇ ਬਗਲੇ ਨੀਲੇ ਮੋਰ, ਇਹ ਵੀ ਚੋਰ ਉਹ ਵੀ ਚੋਰ, ਉਹ ਗੱਲਾਂ ਹੋ ਗਈਆਂ। ਕਦੀ ਕਾਂਗਰਸ ਆ ਗਈ, ਕਦੀ ਅਕਾਲੀ ਦਲ ਆ ਗਈ, ਬਟ ਆਮ ਜਨਤਾ ਦਾ ਨਾ ਕਦੀ ਭਲਾ ਹੋਇਆ ਆ ਔਰ ਨਾ ਹੀ ਹੋਣ ਦੇਣਾ। ਇੱਥੇ ਤਾਂ ਮੈਂ ਚੰਨੀ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਦੀਆਂ ਧੀਆਂ ਇੰਨਾ ਸੰਘਰਸ਼ ਤੇਜ਼ ਕਰਾਂਗੇ ਨਾ, ਜਿਹੜੀ ਇਹਨਾਂ ਨੇ 2364 ਭਰਤੀ ਵੀ ਸਾਡੀ ਰੋਲ ਹੀ ਆ ਇੱਕ ਹਿਸਾਬ ਦੀ ਕੈਂਸਲ, ਜੱਜਮੈਂਟ ਦੇ ਹਿਸਾਬ ਨਾਲ ਕਹਿੰਦੇ ਕੈਂਸਲ ਹੈ। ਔਰ ਮੈਂ ਚੈਲੰਜ ਕਰਦੀ ਹਾਂ ਕਿ ਮੈਂ ਇੱਕ ਇਕੱਲੀ ਲੇਡੀ ਉਹ ਭਰਤੀ ਨੂੰ ਬਹਾਲ ਕਰਾਉਂਗੀ ਔਰ 66-35 ਜਿੰਨੇ ਵੀ ਸਾਡਾ ETT ਕੇਡਰ ਹੈ, ਕੋਈ ਵੀ ਬੱਚਾ ਸੀ ਜਿਹੜਾ ਨਾ ਉਹ ਭਰਤੀ 'ਚ ਰਹਿਣ ਨਹੀਂ ਦੇਣਾ ਹੈ। ਦੇਣਾ ਬਿਲਕੁਲ। ਗੁੱਸਾ ਦੇਖ ਸਕਦੇ ਹੋ ਇਸ ਵੇਲੇ ਸਰਦ ਰਾਤਾਂ ਨੇ। ਭੈਣ, ਮੈਂ ਇੱਥੇ ਬੈਠ ਜਾਣਾ ਤੁਹਾਡੇ ਨਾਲ ਗੱਲ ਕਰਨ ਦੇ ਲਈ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਵੀਨਾ। ਬੈਠੇ ਹੋ ਇੱਥੇ, ਇੰਨੀ ਠੰਡ ਹੈਗੀ, ਕਿਵੇਂ ਦੇਖਦੇ ਸਾਰੀਆਂ ਚੀਜ਼ਾਂ? ਬਹੁਤ ਔਖਾ ਲੱਗ ਰਿਹਾ ਸਭ ਨੂੰ ਰਹਿਣਾ। ਹਾਂਜੀ ਘਰੇ ਕੀ ਕਹਿ ਕੇ ਆਏ ਹੋ ਤੁਸੀਂ? ਘਰੇ ਬਸ ਇਹੀ ਕਹਿ ਕੇ ਆਏ ਆ ਕਿ ਜਿੱਤ ਕੇ ਆਵਾਂਗੇ। ਕਿਤੇ ਨਾ ਕਿਤੇ ਘਰਦਿਆਂ ਨੂੰ ਵੀ ਟੈਨਸ਼ਨ ਹੁੰਦੀ ਆ ਕਿ ਬੇਟੀ ਨੂੰ ਘਰ ਤੋਂ ਬਾਹਰ ਭੇਜਣਾ ਬਹੁਤ ਔਖਾ ਆ। ਇਹਨਾਂ ਸਰਕਾਰਾਂ ਲਈ ਅਸੀਂ ਆਪਣੇ ਘਰਦਿਆਂ ਨਾਲ ਲੜ ਕੇ ਆਉਂਦੇ ਆ ਕਿ ਸਾਨੂੰ ਜਾਣ ਦਿਓ, ਸਾਨੂੰ ਰੁਜ਼ਗਾਰ ਲੈਣ ਦਿਓ। ਜੇ ਸਾਨੂੰ ਪੜ੍ਹਾਇਆ ਹੈ, ਤੁਸੀਂ ਇੱਥੋਂ ਤੱਕ ਲੈ ਕੇ ਆਏ ਹੋ, ਸਾਨੂੰ ਬਸ ਚੋਣ ਜਾਬਤਾ ਤੱਕ ਸਾਨੂੰ ਇਹ ਟਾਈਮ ਦੇ ਦਿਓ ਕਿ ਤੁਸੀਂ ਇਹ ਸੋਚੋ ਕਿ ਸਾਡੇ ਬੱਚੇ ਪੜ੍ਹਨ ਗਏ ਹੋਏ ਆ। ਪਰ ਫਿਰ ਵੀ ਕਿਤੇ ਨਾ ਕਿਤੇ ਪੇਰੈਂਟਸ ਨੂੰ ਭੇਜਣਾ ਬਹੁਤ ਔਖਾ। ਇਹੋ ਜਿਹੀ ਸੁਸਾਇਟੀ 'ਚ ਚੰਨੀ ਸਾਹਿਬ ਨੂੰ ਨਹੀਂ ਦਿਖਦੀਆਂ। ਅਸੀਂ ਕਹਿੰਦੇ ਗਰੀਬ ਪਰਿਵਾਰ ਤੋਂ ਮੈਂ ਹੈਗਾ, ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਗਰੀਬ ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਉਂਦਾ ਹੈ ਤੇ ਗਰੀਬਾਂ ਦੇ ਦੁੱਖ ਕਿੰਨੇ ਹੁੰਦੇ ਆ। ਤੇ ਰੁਜ਼ਗਾਰ ਨਹੀਂ ਮੁਹੱਈਆ ਕਰਵਾ ਸਕਦੇ ਗਰੀਬਾਂ ਨੂੰ। ਬਸ ਗਰੀਬ ਆ। ਮੈਨੂੰ ਨਹੀਂ ਲੱਗਦਾ ਚੰਨੀ ਸਾਹਿਬ ਨੇ ਗਰੀਬੀ ਹੰਡਾਈ ਆ। ਜੇ ਗਰੀਬ ਆ, ਜੇ ਇਹਨਾਂ ਨੂੰ ਗਰੀਬੀ ਦੇ ਦੁੱਖ ਪਤਾ ਹੁੰਦਾ ਤੇ ਅੱਜ ਇੱਥੇ ਕੋਈ ਵੀ ਬੱਚਾ ਰੁਲਦਾ ਨਾ ਸੜਕਾਂ ਤੇ। ਪੇਪਰ ਹੋਣ ਦੇ ਬਾਵਜੂਦ ਵੀ ਅਜੇ ਤਾਈਂ ਅਸੀਂ ਸੜਕਾਂ ਤੇ ਫਿਰਦੇ ਆ। ਇਹਨਾਂ ਨੂੰ ਕੋਈ ਪਤਾ ਨਹੀਂ। ਇੱਥੋਂ ਰੋਜ਼ ਲੰਘਦੇ ਆ ਸਾਡੇ ਸਾਥੀ, ਰੋਜ਼ ਇੱਥੇ ਬੈਠੇ ਹੁੰਦੇ। ਇਹਨਾਂ ਨੂੰ ਦਿਖਦਾ ਨਹੀਂ ਚੰਨੀ ਸਾਹਿਬ ਨੂੰ ਕਿ ਇੱਥੇ ਬੈਠੇ ਹੋਏ ਆ, ਟੈਂਕੀ ਤੇ ਡਟੇ ਹੋਏ ਆ, ਪਰ ਇਹਨਾਂ ਨੂੰ ਨਹੀਂ ਦਿਖਦਾ। ਪਤਾ ਨਹੀਂ ਕੀ ਅੱਖਾਂ ਬੰਦ ਕਰਕੇ ਲੰਘ ਜਾਂਦੇ ਕਿ ਪਤਾ ਨਹੀਂ ਕੀ ਹੈਗਾ ਹੈ ਇਹਨਾਂ ਨੂੰ। ਬੈਠੇ ਹੋ ਇੱਥੇ ਸੜਕ ਤੇ, ਠੰਡ ਬਹੁਤ ਹੈ। ਠੰਡ ਹੈਗੀ ਆ ਪਰ ਕੀ ਕਰੀਏ, ਹਾਲਾਤਾਂ ਸਾਹਮਣੇ ਕੁਛ ਨਹੀਂ ਹੈਗੀ। ਪਰ ਇਹ ਹੈ ਕਿ ਸਰਕਾਰ ਨੂੰ ਅਸੀਂ ਆਪਦਾ ਹੱਕ ਲੈ ਕੇ ਜਾਣਾ, ਸਰਕਾਰ ਤੋਂ ਜੋ ਕੁਛ ਮਰਜ਼ੀ ਹੋ ਜੇ। ਭੈਣ, ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਕੁਛ ਚੇਂਜ ਹੁੰਦਾ ਹੈ ਤਾਂ ਇੱਕ ਉਮੀਦ ਬਣ ਜਾਂਦੀ। ਚੰਨੀ ਸਾਹਿਬ ਨੇ ਉਮੀਦ ਵੀ ਬਹੁਤ ਜਗਾਤੀ ਲੋਕਾਂ 'ਚ, ਇਹ ਕਹਿ ਕੇ ਕਿ ਮੈਂ ਆਮ ਲੋਕਾਂ ਦਾ ਹੈਗਾ। ਹਾਂਜੀ, ਬਾਕੀ ਦੇਖੋ ਕਿ ਸਾਨੂੰ 5 ਸਾਲ ਹੋ ਗਏ ਸਾਡੀ ਯੂਨੀਅਨ ਦੇ ਨਾਲ, ਅਸੀਂ ਵੀ ਜੁੜੇ ਹੋਏ ਹਾਂ ਔਰ ਇਹਨਾਂ ਨੂੰ 5 ਸਾਲ ਹੋ ਗਏ ਕਿ ਅਸੀਂ ਸੜਕਾਂ ਤੇ ਧਰਨੇ ਲਗਾ ਕੇ ਰੋਲ ਰਹੇ ਹਾਂ। ਔਰ ਪਹਿਲਾਂ ਕੈਪਟਨ ਸਰਕਾਰ ਸੀ, ਸਾਨੂੰ ਰੋਜ਼ ਲਾਰੇ ਦਿੱਤੇ ਜਾਂਦੇ ਸੀ, ਮੀਟਿੰਗਸ ਕਰਵਾਈਆਂ ਜਾਂਦੀਆਂ। ਮੀਟਿੰਗਸ ਵਿੱਚ ਕੀ ਸੀਗਾ ਕਿ ਮਿੱਠੀ ਗੋਲੀ ਦਿੱਤੀ ਜਾਂਦੀ ਸੀ ਔਰ ਸਾਨੂੰ ਘਰ ਵਾਪਸ ਭੇਜ ਦਿੱਤਾ ਜਾਂਦਾ ਸੀਗਾ।
ਤੇ ਬਾਕੀ ਮੇਰਾ ਇਹੀ ਮੰਨਣਾ ਹੈ ਕਿ ਚੰਨੀ ਸਰਕਾਰ ਨੂੰ ਇਹੀ ਹੈ ਕਿ ਸਾਨੂੰ ਇਹ ਕਾਂਗਰਸ ਸਰਕਾਰ ਨੂੰ ਚੁਣੌਤੀ ਹੈ ਕਿ ਜੋ ਵੀ ਅਸੀਂ ਵੋਟਾਂ ਲੈਣ ਕਿ ਇਹ ਸੁਪਨਾ ਵੀ ਛੱਡ ਦੇਣ ਕਿ ਅਸੀਂ ਵੋਟਾਂ ਇਹਨਾਂ ਨੂੰ ਪਾਵਾਂਗੇ, ਅਸੀਂ ਆਪਦੇ ਘਰ ਜਿਹੜਾ ਹੈ ਪਿੰਡ ਦੇ ਵਿੱਚ ਵੀ ਨਹੀਂ ਐਂਟਰ ਕਰਨ ਦੇਵਾਂਗੇ। ਔਰ ਮੇਰਾ ਇੱਕ ਮੈਸੇਜ ਹੈ ਜਿਹੜੇ ਘਰ ਬੈਠੇ ETT ਵਾਲੇ ਹੀ ਕੁਝ ਸਟੂਡੈਂਟਸ ਨੇ, ਮੈਂ ਉਹ ਵੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੋ ਯੂਨੀਅਨ ਦੇ ਖਿਲਾਫ ਉਹ ਆਪਦੇ ਉਹਨਾਂ ਦੇ ਮਾਈਂਡ 'ਚ ਕੁਝ ਗਲਤ ਫਹਿਮੀਆਂ ਆਈਆਂ ਕਿ ਯੂਨੀਅਨ ਐਂ ਨਹੀਂ ਕਰ, ਯੂਨੀਅਨ ਕਰਕੇ 2364 ਰੱਦ ਹੋਈ ਆ ਕੁਝ ਵੀ 2364 ਦੀ ਪ੍ਰੋਬਲਮਸ ਆਈਆਂ। ਮੈਂ ਸਪੈਸ਼ਲੀ ਘਰ ਬੈਠੇ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਟੀਚਰਸ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਾਗੋ, ਅੱਖਾਂ ਖੋਲ੍ਹੋ, ਕਿਉਂਕਿ ਆਪਣੇ ਕੋਲ ਟਾਈਮ ਬਹੁਤ ਘੱਟ ਹੈ। ਮੈਕਸਿਮਮ ਮਿਨੀਮਮ 15 ਡੇਜ਼ ਆਪਣੇ ਕੋਲ ਲੈਫਟ ਹੈ ਔਰ ਇਹ ਸਰਕਾਰ ਜਿਹੜੀ ਹੈ ਚੰਨੀ ਸਰਕਾਰ ਬਹਾਨੇ ਲਗਾ ਰਹੀ ਹੈ ਸਾਨੂੰ ਰੋਜ਼। ਔਰ ਮੇਰਾ ਲਾਸਟ ਮੈਸੇਜ ਇਹੀ ਹੈ ਘਰ ਬੈਠੇ ਵਾਲਿਆਂ ਨੂੰ ਕਿ ਆਓ ਲੜੋ ਤੇ ਆਪਦੇ ਹੱਕ ਲੈ ਕੇ ਸੰਘਰਸ਼ ਕਰੋ। ਤੁਸੀਂ ਕੀ ਕਹਿੰਦੇ ਹੋ? ਜਿਵੇਂ ਕਿ ਮੈਂ ਬਹੁਤਾ ਕੁਝ ਨਹੀਂ ਕਹੂੰਗੀ, ਜਿੱਦਾਂ ਕਿ ਮੇਰੀਆਂ ਭੈਣਾਂ ਨੇ ਦੱਸ ਹੀ ਦਿੱਤਾ। ਮੇਰਾ ਇੱਕ ਹੀ ਸਵਾਲ ਆ ਚੰਨੀ ਸਾਹਿਬ ਜੀ ਨੂੰ ਕਿ ਕੀ ਗੱਲ ਸਾਡੇ ਪੇਰੈਂਟਸ ਨੇ ਸਾਨੂੰ ਪੜ੍ਹਾ ਕੇ ਗਲਤੀ ਕਰ ਲਈ? ਸਾਨੂੰ ਆਹ ਦਿਨ ਦੇਖਣ ਨੂੰ ਮਿਲਨੇ ਸੀ, ਸੜਕਾਂ ਤੇ ਰੁਲ ਰਹੇ ਆ। ਸਾਡੇ ਘਰਦਿਆਂ ਨੇ ਮਤਲਬ ਸਾਡੇ ਪੇਰੈਂਟਸ ਨੇ ਲੱਖਾਂ ਦੇ ਕਰਜ਼ੇ ਚੱਕ ਕੇ, ETT ਕਿਹੜਾ ਸੌਖੀ ਹੋ ਜਾਂਦੀ ਆ, ਕਿੰਨਾ ਕਰਜ਼ਾ ਚੁੱਕ ਕੇ ਸਾਨੂੰ ਪੜ੍ਹਾਇਆ। ਮਨ ਪਰੇਸ਼ਾਨ ਹੁੰਦਾ, ਦੁਖੀ ਹੁੰਦਾ? ਬਹੁਤ ਹੁੰਦਾ, ਅੱਖਾਂ ਭਰ ਆਉਂਦੀਆਂ ਸੋਚ ਕੇ, ਪਤਾ ਨਹੀਂ ਕਿੰਨਾ ਹਾਲਾਤਾਂ 'ਚ ਕਿੱਦਾਂ ਉਹ ਪੈਸਾ ਕੱਢਦੇ ਆ। ਮੇਰੇ ਖਿਆਲ ਜੋ ਕਰਜ਼ਾ ਚੱਕਿਆ ਉਹਨਾਂ ਨੇ ਪਤਾ ਨਹੀਂ ਉਹ ਵਾਪਸ ਹਜੇ, ਉਮੀਦਾਂ ਸਾਨੂੰ ਵੀ ਹੈ ਕਿ ਅਸੀਂ ਸ਼ਾਇਦ ਅੱਜ ਨੌਕਰੀ ਲੱਗਾਂਗੇ, ਆਪਣੇ ਪੇਰੈਂਟਸ ਦੇ ਜਿਹੜੇ ਉਹ ਸੁਪਨੇ ਆ, ਖੁਦ ਦੇ ਸੁਪਨੇ ਆ, ਉਹ ਪੂਰੇ ਕਰਾਂਗੇ। ਪਰ ਪਹਿਲਾਂ ਸਾਨੂੰ ਕੈਪਟਨ ਨੇ ਰੁਲਾਇਆ, ਇੱਕ ਉਮੀਦ ਜਾਗੀ, ਚੰਨੀ ਸਾਹਿਬ ਜੀ ਆਏ, ਕਿਆ ਉਹਨਾਂ ਨੇ ਉਮੀਦ ਜਾਗੀ ਕਿ ਮੈਂ ਇੱਕ ਆਮ ਆਦਮੀ ਆ, ਆਮ ਲੋਕਾਂ ਵਰਗਾ ਆ। ਸਾਨੂੰ ਵੀ ਥੋੜਾ ਹੌਸਲਾ ਆਇਆ ਕਿ ਚੰਨੀ ਸਾਹਿਬ ਜੀ ਸਾਡੇ ਨਾਲ ਆ, ਸਾਡੇ ਨਾਲ ਭਰਮਾ ਹੁੰਗਾਰਾ ਦਿੰਦੇ ਆ ਕਿ ਮੈਂ ਤੁਹਾਡੇ ਨਾਲ ਆ, ਜਿਹੜਾ ਭਵਿੱਖ ਹੈ ਉਜਵਲ ਬਣਾਵਾਂਗਾ। ਪਰ ਅੱਜ ਜੋ ਸਰਕਾਰਾਂ ਕਹਿੰਦੀਆਂ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਸ਼ਰਮ ਆਉਣੀ ਚਾਹੀਦੀ ਹੈ। ਚੰਨੀ ਸਰਕਾਰ ਨੂੰ ਕਿਹਾ ਬੇਟੀਆਂ ਸੜਕਾਂ ਤੇ ਰੁਲ ਰਹੀਆਂ, ਇੱਦਾਂ ਬੇਟੀਆਂ ਬਚਦੀਆਂ ਹੁੰਦੀਆਂ? ਮੈਂ ਐਂਡ ਤੇ ਇਹੀ ਕਵਾਂਗੀ, ਬੈਠੇ ਆ ਅਸੀਂ। ਕਿੰਨੇ ਕੁ ਸ਼ੌਂਕ ਨਾਲ ਸਾਡੀ ਪੜ੍ਹਾਈ ਮੁਕੰਮਲ ਕੀਤੀ ਸੀਗੀ, ਕਿੰਨਾ ਕੁ ਸ਼ੌਂਕ ਸੀ ਕਿ ਮੈਂ ਵੀ ਬੱਚਿਆਂ ਨੂੰ ਗਾਂਹ ਪੜ੍ਹਾਵਾਂਗੀ, ਵਿੱਦਿਆ ਗਾਂਹ ਫੈਲਾਊਂ? ਮੇਰਾ ਤਾਂ ਮਤਲਬ ETT ਵੱਲ ਇੱਦਾਂ ਸ਼ੌਂਕ ਹੈ ਨਹੀਂ ਸੀਗਾ ਕਿ ਮੇਰੇ ਪੇਰੈਂਟਸ ਨੇ ਹੀ ਮੈਨੂੰ ਕਿਹਾ ਕਿ ਮਤਲਬ ਬਹੁਤ ਵਧੀਆ ਲਾਈਨ ਆ, ਹੈ ਨਾ। ਤਾਂ ਮੈਂ ਕਿਹਾ, ਜਦੋਂ ਮੇਰੇ ਪਾਪਾ ਨੇ ਕਿਹਾ ਕਿ ਇੰਨਾ ਖਰਚਾ ਆਊਗਾ, ਮੈਂ ਮਨਾ ਕਰਤਾ ਕਿ ਪਾਪਾ, ਕਿਉਂਕਿ ਮੇਰਾ ਜੋ ਖਰਚਾ ਮੇਰਾ ਮੈਨੇਜਮੈਂਟ 'ਚ ਮੈਂ ਲਈ ਸੀਗੀ, ETT ਕੀਤੀ ਸੀਗੀ, ਤਾਂ ਮੈਂ ਕਿਹਾ ਨਹੀਂ। ਪਾਪਾ ਕਹਿੰਦੇ ਨਹੀਂ ਬੇਟਾ ਤੂੰ ਪੜ੍ਹ। ਤਾਂ ਉਦੋਂ ਇੱਕ ਮਨ 'ਚ ਇਹ ਸੀਗਾ ਕਿ ਜੇ ਮਤਲਬ ਆਪਣੇ ਨਾਲ ਪੇਰੈਂਟਸ ਆਪਣੀ ਸਪੋਰਟ ਕਰਦੇ ਪਏ ਆ ਤਾਂ ਕਿਉਂ ਨਾ ਆਪਾਂ ਨੂੰ ਅੱਗੇ। ਤਾਂ ਮੈਂ ਆਪਣੇ ਪੇਰੈਂਟਸ ਦੀ ਸਪੋਰਟ ਨਾਲ ਇੱਥੋਂ ਤੱਕ ਆਈ, ETT ਕੀਤੀ, ਟੈਟ ਕਲੀਅਰ ਕੀਤੇ, 2 ਟੈਟ ਹੋ ਗਏ, ਨੈਕਸਟ ਟੈਟ। ਵੈਸੇ ਕਿਹਾ ਜਾਂਦਾ ਹੈ ਕਿ ਸਰਕਾਰ ਵੀ ਮਾਂ-ਬਾਪ ਵਰਗੀ ਹੁੰਦੀ ਹੈਗੀ। ਸਾਨੂੰ ਤਾਂ ਨਹੀਂ ਲੱਗਦਾ। ਉਹਨਾਂ ਨੂੰ ਵਿਖਣਾ, ਜੇ ਮਾਂ-ਬਾਪ ਵਰਗੀ ਹੁੰਦੀ ਨਾ ਤੇ ਉਹਨਾਂ ਨੂੰ ਦੁੱਖ ਵਿਖਣਾ ਸੀਗੇ। ਇੱਕ ਪਿਓ ਜਿਹੜਾ ਹੁੰਦਾ ਨਾ, ਉਹਦੀ ਧੀ ਦੇ ਅੱਖ 'ਚ ਕਦੇ ਹੰਝੂ ਨਹੀਂ ਵੇਖ ਸਕਦਾ। ਜੇ ਇਹ ਸਾਡੇ ਮਾਂ-ਪਿਓ ਹੁੰਦੇ ਨਾ ਤੇ ਅੱਜ ਸਾਡੀ ਅੱਖਾਂ 'ਚ ਹੰਝੂ ਨਹੀਂ ਆਉਣੇ ਸੀਗੇ। ਹੁਣ ਮੈਂ ਐਂਡ ਤੇ ਚੰਨੀ ਸਰਕਾਰ ਨੂੰ ਇਹੀ ਕਵਾਂਗੀ ਕਿ ਅਸੀਂ ਹੁਣ ਬੈਠੇ ਆ, ਅੜ ਕੇ ਬੈਠੇ ਆ, ਅੜਾਂਗੇ, ਲੜਾਂਗੇ ਤੇ ਜਿੱਤ ਕੇ ਹੀ ਘਰ ਨੂੰ ਵਾਪਸ ਮੁੜਾਂਗੇ। ETT ਯੂਨੀਅਨ ਜਿੰਦਾਬਾਦ। ਬਿਲਕੁਲ ਤੁਸੀਂ ਹੱਕ ਲੈਣ ਦੇ ਲਈ ਬੈਠੇ ਹੋ, ਪਰ ਪੰਜਾਬ 'ਚ ਸਿਆਸਤ ਵੀ ਦੇਖ ਰਹੇ ਹੋਗੇ ਹੋਰ ਤਰ੍ਹਾਂ ਦੀ ਹੋ ਰਹੀ ਹੈ। ਕਿਤੇ ਬੀਬੀਆਂ ਨੂੰ ਫ੍ਰੀ ਬੱਸ ਸਫ਼ਰ ਦੇਤਾ ਵੀ ਬੀਬੀਆਂ ਵੋਟ ਪਾ ਦੇਣਗੀਆਂ। ਇੱਕ ਪਾਰਟੀ ਨੇ ਕਹਿਤਾ ਕਿ 1-1000 ਰੁਪਇਆ ਮਹੀਨਾ ਪਾਇਆ ਕਰਾਂਗੇ ਤੁਹਾਡੇ ਖਾਤੇ ਦੇ। ਕਦੇ ਵੀ ਨਹੀਂ। ਇਹ ਮਤਲਬ ਕਿ ਕਿਹਾ ਜਾਂਦਾ ਹੈ ਕਿ ਉਧਰੋਂ ਤਾਂ ਕਹਿੰਦੇ ਆ ਕਿ ਬੇਟੀ ਬਰਾਬਰ ਆ, ਮੁੰਡਿਆਂ ਦੇ ਬਰਾਬਰ ਆ ਕੁੜੀ। ਇਹ ਸਾਨੂੰ ਕਮਜ਼ੋਰ ਸਮਝਦੇ ਆ, ਤਾਈਓ ਕਹਿੰਦੇ ਆ ਕਿ ਅਸੀਂ ਐਂ ਕਰਾਂਗੇ, ਇਹਨਾਂ ਦੇ ਖਾਤਿਆਂ 'ਚ ਪਵਾਵਾਂਗੇ। ਨਹੀਂ, ਆ ਜਿਹੜਾ ਕਿਰਾਇਆ ਫ੍ਰੀ ਕੀਤਾ, ਕਿੰਨਾ ਕੁ ਵਧੀਆ ਕੰਮ ਕਰਤਾ ਵਾ। ਇੰਨੀ ਕੁ ਬੇਅਦਬੀ ਹੁੰਦੀ ਆ ਕੁੜੀਆਂ ਦੀ, ਬੱਸ ਕਿੱਥੇ ਖਿਲਾਰਦੇ ਆ ਅੱਗੇ ਜਾ ਕੇ। ਬੀਬੀਆਂ ਪਿੱਛੇ ਖੜੀਆਂ ਹੋਣਗੇ, ਬੱਸ ਅੱਗੇ ਜਾ ਕੇ ਖਿਲਾਰਨਗੇ ਕਿ ਹਾਂ ਕੋਈ ਬੀਬੀ ਚੜੇ ਨਾ। ਜੇ ਉਰੇ ਖੜੀਆਂ ਤਾਂ ਪਿੱਛੇ ਖਿਲਾਰ ਦਿੰਦਾ। ਕਿੰਨੀ ਕੁ ਇਹਦੇ 'ਚ ਇੱਜ਼ਤ ਖਾਤੇ 'ਚ 1000 ਰੁਪਇਆ ਆ ਜਾਵੇ ਫਿਰ ਬੀਬੀਆਂ ਵੋਟ ਪਾ ਦੇਣਗੀਆਂ? ਨਹੀਂ ਪਾਣਗੀਆਂ, ਕਦੇ ਵੀ ਨਹੀਂ। ਕਿ ਅਸੀਂ ਕੀ ਬੇਰੁਜ਼ਗਾਰੀ ਸਾਡੀ ਖਤਮ ਕਰੋ, ਸਾਨੂੰ ਰੁਜ਼ਗਾਰ ਦਿਓ। ਅਸੀਂ ਨਹੀਂ ਹੈਗੀ,
ਸਾਨੂੰ ਰੁਜ਼ਗਾਰ ਦੀ ਜ਼ਰੂਰਤ ਹੈ। ਵੀ ਅਸੀਂ ਤਾਂ ਮਿਹਨਤ ਨਾਲ ਕਮਾ ਲਾਂਗੇ, ਸਾਨੂੰ ਇੱਕ ਵਾਰੀ ਮਿਹਨਤ ਨਾਲ ਕਮਾ ਲਾਂਗੇ। ਸਾਨੂੰ ਆ ਦਾਲ ਆਟੇ ਫ੍ਰੀ ਵੀ ਨਹੀਂ ਚਾਹੀਦੇ, ਭੀਖ ਨਹੀਂ ਚਾਹੀਦੀ, ਬਿਜਲੀ ਫ੍ਰੀ ਨਹੀਂ ਚਾਹੀਦੀ, ਸਾਨੂੰ ਰੁਜ਼ਗਾਰ ਚਾਹੀਦਾ ਆ ਕਿ ਅਸੀਂ ਕੋਈ ਮੰਗਤੇ ਨਹੀਂ ਹੈਗੇ। ਨਾਲੇ ਕਹਿੰਦੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਜੇ ਖਜ਼ਾਨਾ ਖਾਲੀ ਹੈ ਸਾਨੂੰ ਕਿੱਥੋਂ ਫ੍ਰੀ ਦਿਓਗੇ ਤੁਸੀਂ? ਜੇ ਖਾਲੀ ਆ ਤੇ ਜੇ ਸਾਡੇ ਫਿਰ ਜੇ ਫ੍ਰੀ ਦਿਓਗੇ ਤਾਂ ਫਿਰ ਸਾਡੇ ਪੱਲੇ ਕੱਢੋਗੇ। ਆ ਮੋਦੀ ਸਾਹਿਬ ਜੀ ਨੂੰ ਵੇਖ ਲਓ, ਬੀਬੀਆਂ ਨੂੰ ਪਹਿਲੇ ਤਾਂ ਸਿਲੰਡਰ ਫ੍ਰੀ ਵੰਡੀ ਗਏ, ਲਓ ਜੀ ਬੀਬੀਆਂ ਨੂੰ ਸਿਲੰਡਰ ਫ੍ਰੀ ਆ, ਕਾਪੀ ਫ੍ਰੀ ਆ। ਹੁਣ ਰੇਟ ਕਿੱਥੇ ਚੱਕਦੇ ਸਿਲੰਡਰਾਂ ਦੇ? ਇਹ ਸਾਡੇ ਪੈਸੇ ਸਾਡੇ ਜੇਬਾਂ ਚੋਂ ਨਿਕਲਣਗੇ। ਜਿਹੜਾ 1000 ਕਹਿੰਦੇ ਨਾ 1000 ਖਾਤੇ 'ਚ ਪਵਾਵਾਂਗੇ, ਜਾਂ ਜਿਹੜੇ ਕਿਰਾਏ ਮਾਫ ਹੋਏ ਆ ਸਾਡੇ ਜੇਬਾਂ ਚੋਂ ਨਿਕਲ ਰਹੇ ਆ। ਇਹ ਚੀਜ਼ਾਂ ਸਾਰੇ ਆਮ ਲੋਕ ਸਮਝ ਰਹੇ ਨੇ। ਹਾਂਜੀ ਸਮਝ ਰਹੇ ਨੇ, ਅਵੇਅਰ ਹੋਣਗੇ। ਆ ਜਿਹੜੇ ਹੁਣ ਸ਼ੌਂਕ ਪਾਲੀ ਬੈਠੇ ਨੇ ਕਿ 2022 'ਚ ਅਸੀਂ ਆਵਾਂਗੇ, ਇਹ ਚੰਨੀ ਸਾਹਿਬ ਵੀ ਵੇਖ ਲੈਣ। ਅਸੀਂ ਪਿੰਡ ਦੇ ਨੇੜੇ ਤੇੜੇ ਵੀ ਨਹੀਂ ਇਹਨਾਂ ਲੰਘਣ ਦੇਣਾ। ਬਾਈ ਜੀ ਬੈਠੇ ਨੇ। ਬਾਈ ਜੀ, ਇੰਨੀ ਰਾਤ ਪਈ, ਆਪਾਂ ਬੈਠੇ ਆ ਪੂਰੇ ਪਰਿਵਾਰ ਦੇ ਨਾਲ ਬੈਠੇ ਹੈਗੇ। ਕਦੀ ਸੋਚਿਆ ਸੀ ਪੰਜਾਬ 'ਚ ਵੀ ਦਿਨ ਆਉਣਗੇ ਕਿਸੇ ਵੇਲੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ? ਦੇਖੋ 4.5 ਸਾਲ ਹੋ ਗਏ ਸਾਨੂੰ ਸੰਘਰਸ਼ ਦੇ ਵਿੱਚ ਉਤਰਿਆਂ ਨੂੰ। ਤਕਰੀਬਨ ਕਾਂਗਰਸ ਸਰਕਾਰ ਦਾ ਕਾਰਜਕਾਲ ਹੈ ਜਿਹੜਾ ਉਹ ਲੰਘ ਰਿਹਾ, ਤੇ ਚੌਥੇ ਜਿਹੜੇ ਮਾਣਯੋਗ ਸਿੱਖਿਆ ਮੰਤਰੀ ਸਾਹਿਬ ਨੇ, ਇਹ 3 ਸਿੱਖਿਆ ਮੰਤਰੀ ਪਿੱਛੇ ਹੰਢਾ ਲਿਆ ਸੀ, ਔਰ ਦੂਜਾ ਮੁੱਖ ਮੰਤਰੀ ਹੈ ਕੈਪਟਨ ਸਾਹਿਬ ਤੋਂ ਬਾਅਦ। ਔਰ ਇਹਨਾਂ ਤੋਂ ਜੋ ਉਮੀਦ ਸਾਨੂੰ ਸੀ ਇਹ ਉਸ ਤੋਂ ਜ਼ਿਆਦਾ ਇਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਹੈ ਜਿਹੜਾ ਸਾਡਾ ਉਹ ਕੀਤਾ। ਦੇਖੋ ਇਹਨਾਂ ਨੇ ਪੋਸਟਾਂ ਦੇ ਦਿੱਤੀਆਂ, ਹੁਣ ਪੋਸਟਾਂ ਨੂੰ ਕੋਰਟ ਦੇ ਵਿੱਚ ਜਾਣ ਕੇ ਫਸਾਇਆ ਜਾ ਰਿਹਾ। ਦੇਖੋ ETT ਦੀਆਂ ਪੋਸਟਾਂ ਆਈਆਂ, ਚਾਹੇ 6635 ਹੈ, ਚਾਹੇ 2364 ਹੈ, ਚਾਹੇ 22 ਪੋਸਟਾਂ ਨੇ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ 8393 ਉਹ ਆਈਆਂ, ਉਹ ਵੀ ਕੋਰਟ ਦੇ ਵਿੱਚ ਹੈ। ETT ਦੀਆਂ ਵੀ ਭਰਤੀਆਂ ਕੋਰਟ ਦੇ ਵਿੱਚ ਨੇ। ਅੱਜ ਪੰਜਾਬ ਪੁਲਿਸ ਦੀਆਂ ਜਿਹੜੇ ਲਿਸਟਾਂ ਪਾਈਆਂ ਨੇ ਉਹ ਵੀ ਲੋਕ ਕੋਰਟ ਦੇ ਵੱਲ ਭੱਜ ਰਹੇ ਨੇ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਪਟਵਾਰੀ ਵਾਲੀ ਭਰਤੀ ਚੱਕ ਲਓ, ਉਹ ਵੀ ਕੋਰਟ ਦੇ ਵਿੱਚ ਹੈ। ਤਕਰੀਬਨ ਸਿਸਟਮ ਇੱਥੇ ਆ ਕੇ ਖੜ ਗਿਆ ਵੀ ਜਿਵੇਂ ਕੋਈ ਸਕ੍ਰਿਪਟ ਤਿਆਰ ਨਹੀਂ ਖਰੀਦੀ, ਆਪਾਂ ਸਕ੍ਰਿਪਟਡ ਹੈ ਸਭ ਕੁਝ, ਵੀ ਕੋਈ ਨਾ ਕੋਈ ਇਹੋ ਜਿਹਾ ਲੂਜ਼ ਪੁਆਇੰਟ ਛੱਡ ਦਿਓ ਕਿ ਭਰਤੀ ਕੋਰਟ ਦੇ ਵਿੱਚ ਫਸ ਜੇ। ਕਿਸੇ ਵੀ ਭਰਤੀ ਨੂੰ ਐਂ ਦੇਖ ਰਿਹਾ ਵੀ ਇਹ ਪੂਰਾ ਨਹੀਂ ਕਰਨਾ ਚਾਹੁੰਦੇ। ਐ ਲੱਗ ਰਿਹਾ ਸਰਕਾਰ ਨੂੰ ਲੱਗ ਰਿਹਾ ਹੁੰਦਾ ਵੀ ਲੋਕਾਂ ਨੂੰ ਪਤਾ ਨਹੀਂ ਲੱਗਣਾ ਸੀ ਲੂਪ, ਪਰ ਤੁਹਾਨੂੰ ਸਾਰਾ ਪਤਾ ਲੱਗ ਰਿਹਾ। ਹਾਂ, ਆਂਕੜਿਆਂ ਦੀ ਹੇਰ ਫੇਰ ਹੈ। ਆਂਕੜਿਆਂ ਦੇ ਵਿੱਚ ਇਹ ਦਿਖਾ ਰਹੇ ਆ ਵੀ ਅਸੀਂ ਰੁਜ਼ਗਾਰ ਦੇ ਦਿੱਤਾ, ਪਰ ਦਿੱਤਾ ਕੁਛ ਵੀ ਨਹੀਂ। ਦੂਜਾ ਕਹਿ ਰਿਹਾ ਵੀ ਅਸੀਂ ਕੱਚੇ ਜਿਹੜੇ ਮੁਲਾਜ਼ਮ ਹੈ 36000 ਪੱਕਾ ਕਰਤਾ, ਪਰ ਉਹ ਵੀ ਆਂਕੜਿਆਂ ਦਾ ਹੇਰ ਫੇਰ ਹੈ। ਉਹ ਕਿਵੇਂ ਹੈ ਵੀ ਇਹਨਾਂ ਨੇ 10 ਸਾਲ ਦਾ ਰੱਖਤਾ ਵੀ ਜਿਨ੍ਹਾਂ ਨੂੰ 10 ਸਾਲ ਹੋ ਗਏ ਸੀ ਉਹਨਾਂ ਨੂੰ ਪੱਕੇ ਕਰਾਂਗੇ, ਪਰ 10 ਸਾਲ ਕਿਸੇ ਨੂੰ ਹੋਏ ਨਹੀਂ। ਕਿਸੇ ਨੂੰ 7 ਸਾਲ ਹੈ, ਕਿਸੇ ਨੂੰ 6 ਸਾਲ ਹੈ। ਤਰੀਕੇ ਇੱਕ ਆਂਕੜਿਆਂ ਦਾ ਹੇਰ ਫੇਰ ਹੈਗਾ। ਤੁਹਾਡੇ ਤੋਂ ਭੈਣ ਮੈਂ ਆਖਰੀ ਸਵਾਲ ਪੁੱਛ ਰਿਹਾ, ਤੁਹਾਨੂੰ ਚੰਨੀ ਸਾਹਿਬ ਦੇਖ ਰਹੇ ਹੋਣ, ਤੁਸੀਂ ਪੰਜਾਬ ਦੀਆਂ ਧੀਆਂ ਬੈਠੇ ਹੋ, ਕੀ ਕਹਿੰਦੇ ਹੋ ਚੰਨੀ ਸਾਹਿਬ? ਬਸ ਚੰਨੀ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਕਿ ਕਹਿੰਦੇ ਆ ਕਿ ਪੰਜਾਬ ਦੀਆਂ ਧੀਆਂ, ਪੰਜਾਬ ਦੇ ਨੌਜਵਾਨ ਸੰਭਾਲ ਲਓ ਪੰਜਾਬ ਨੂੰ। ਜੇ ਰੁਜ਼ਗਾਰ ਨਾ ਮਿਲੇਗਾ ਤਾਂ ਨਸ਼ਿਆਂ ਵੱਲ ਨਹੀਂ ਜਾਣਗੇ, ਤੇ ਕਈ ਫਿਰ ਮੁੰਡੇ ਬਾਹਰ ਨਾ ਜਾਣਗੇ। ਫਿਰ ਕਹਿੰਦੇ ਆ ਕਿ ਆਮ ਹੀ ਗੱਲ ਚੱਲਦੀ ਆ ਕਿ ਜਿਹੜਾ ਪੰਜਾਬ ਹੈ ਉਹ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ ਆ। ਕਿਉਂ ਸਪਲਾਈ ਕਰਦਾ ਆ? ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਸਪਲਾਈ ਕਰਦਾ ਆ। ਤੇ ਮੈਂ ਇਹੀ ਚਾਹੁੰਦੀ ਹਾਂ ਕਿ ਸਰਕਾਰ ਤੋਂ ਇਹੀ ਅਪੀਲ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਰੁਜ਼ਗਾਰ ਦੇਣ। ਇਸ ਤਰੀਕੇ ਨਾਲ ਰੋਲਾਨ ਨਾ ਕਿਸੇ ਨੂੰ ਵੀ, ਜਾਂ ਤਾਂ ਫਿਰ ਕੋਰਸ ਬੰਦ ਕਰ ਦੇਣ, BEd ਬੰਦ ਕਰ ਦਿਓ, ETT ਬੰਦ ਕਰ ਦਿਓ, ਜੇ ਤੁਸੀਂ ਰੁਜ਼ਗਾਰ ਹੀ ਨਹੀਂ ਦੇਣਾ। ਜੇ ਰੁਜ਼ਗਾਰ ਜੇ ਚਲਾਣੇ ਆ ਕੋਰਸ ਤੇ ਫਿਰ ਰੁਜ਼ਗਾਰ ਵੀ ਦਿਓ, ਪੰਜਾਬ ਦਾ ਭਵਿੱਖ ਸੁਧਾਰ ਲਓ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਤੁਸੀਂ ਸੰਘਰਸ਼ ਲੜ ਰਹੇ ਹੋ ਆਪਣੇ ਹੱਕਾਂ ਦੇ ਲਈ, ਵੀ ਬਹੁਤ ਵੱਡੀ ਗੱਲ ਹੈ। ਸੋ ਇਹ ਪੰਜਾਬ ਦਾ ਭਵਿੱਖ ਹੈ ਜੋ ਕਿ ਸੜਕਾਂ ਤੇ ਰੁਲ ਰਿਹਾ ਹੈ। ਚੰਨੀ ਸਾਹਿਬ ਪ੍ਰਚਾਰ ਦੇ ਵਿੱਚ ਤਾਂ ਨਜ਼ਰ ਆ ਰਹੇ ਨੇ, ਵੱਡੇ ਵੱਡੇ ਐਲਾਨ ਕਰਦੇ ਵੀ ਨਜ਼ਰ ਆ ਰਹੇ ਨੇ, ਪਰ ਅਸਲੀਅਤ ਕੀ ਹੈ ਤੁਹਾਨੂੰ ਅਸੀਂ ਲਗਾਤਾਰ ਦਿਖਾਵਾਂਗੇ। ਤੁਸੀਂ ਉਦੋਂ ਤੱਕ ਅੱਖਰ ਦੇ ਨਾਲ ਜੁੜੇ ਰਹੋ। ਫੈਸਲਾ ਤੁਸੀਂ ਕਰਨਾ ਹੈ ਕਿ ਲੀਡਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਪੰਜਾਬ ਕਿੱਧਰ ਨੂੰ ਜਾਣਾ ਹੈ, ਸਾਰਾ ਤੁਹਾਡੇ ਹੱਥ 'ਚ ਹੈ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।